ਕਿਰਪਾ ਤੇ ਮਨੁੱਖ ਤੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਨੇਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਲੱਕੜਹਾਰੇ ਦਾ ਅਲੰਕਾਰ। ਇੱਕ ਰਾਜਾ ਇੱਕ ਵਾਰ ਸ਼ਿਕਾਰ ਤੇ ਗਿਆ। ਉਸ ਨੂੰ ਜੰਗਲ ਵਿੱਚ ਬਹੁਤ ਪਿਆਸ ਲੱਗੀ ਤਾਂ ਉੱਥੇ ਇੱਕ ਲੱਕੜਹਾਰਾ ਜੋ ਲੱਕੜਾਂ ਕੱਟ ਰਿਹਾ ਸੀ, ਉਸ ਨੇ ਰਾਜੇ ਨੂੰ ਜਲ ਛਕਾਇਆ। ਰਾਜਾ ਪਾਣੀ ਪੀ ਕੇ ਬਹੁਤ ਪ੍ਰਸੰਨ ਹੋਇਆ ਅਤੇ ਇੱਕ ਅੰਗੂਠੀ ਲੱਕੜਹਾਰੇ ਨੂੰ ਦਿੰਦਿਆਂ ਹੋਇਆਂ ਕਿਹਾ, ਇਹ ਅੰਗੂਠੀ ਨਿਸ਼ਾਨੀ ਲੈ ਕੇ ਮੇਰੇ ਦਰਬਾਰ ਵਿੱਚ ਆਵੀਂ ਤਾਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗਾ। ਕੁਝ ਸਮਾਂ ਪਾ ਕੇ ਲੱਕੜਹਾਰਾ ਅੰਗੂਠੀ ਲੈ ਕੇ ਰਾਜੇ ਦੇ ਦਰਬਾਰ ਵਿੱਚ ਆਇਆ ਤਾਂ ਰਾਜੇ ਨੇ ਲੱਕੜਹਾਰੇ ਨੂੰ ਇੱਕ ਚੰਦਨ ਦਾ ਬਾਗ ਇਨਾਮ ਵਜੋਂ ਦਿੱਤਾ। ਲੱਕੜਹਾਰੇ ਨੇ ਉਸ ਬਾਗ ਵਿੱਚ ਜਾ ਕੇ ਕੁਹਾੜੇ ਦੇ ਦਸਤੇ ਲਈ ਕੇਵਲ ਇੱਕ ਡੰਡਾ ਵੱਢਿਆ। ਕੁਹਾੜੇ ਵਿੱਚ ਚੰਦਨ ਦਾ ਦਸਤਾ ਪਾ ਕੇ ਉਸੇ ਕੁਹਾੜੇ ਨਾਲ ਬਾਕੀ ਸਾਰੇ ਦਰਖਤ ਵੱਢ ਕੇ ਕੋਇਲੇ ਬਣਾ ਕੇ ਵੇਚ ਦਿੱਤੇ। ਕੇਵਲ ਉਹ ਇੱਕੋ ਦਸਤਾ ਹੀ ਜੋ ਕੁਹਾੜੇ ਵਿੱਚ ਸੀ ਰਹਿ ਗਿਆ। ਅੱਗੇ ਹਰ ਰੋਜ਼ ਕੁਹਾੜਾ ਬਾਹਰ ਜੰਗਲ ਵਿੱਚ ਛੱਡ ਆਉਂਦਾ ਸੀ, ਪਰ ਅੱਜ ਸਾਰੀਆਂ ਲੱਕੜਾਂ ਮੁੱਕਣ ਕਰਕੇ ਮੋਢੇ ਉੱਤੇ ਰੱਖ ਕੇ ਸਿਰ ਉੱਤੇ ਕੋਇਲਾਂ ਦੀ ਪੰਡ ਚੁੱਕ ਕੇ ਬਾਜ਼ਾਰ ਵਿੱਚ ਵੇਚਣ ਗਿਆ। ਜਦੋਂ ਪੰਡ ਉਤਾਰਨ ਲੱਗਾ ਤਾਂ ਮੋਢੇ ਤੇ ਰੱਖਿਆ ਕੁਹਾੜੇ ਦਾ ਦਸਤਾ ਦੁਕਾਨਦਾਰ ਦੀਆਂ ਨਾਸਕਾਂ ਲਾਗੇ ਹੋਣ ਤੋਂ ਉਸ ਨੂੰ ਖੁਸ਼ਬੂ ਆਈ। ਉਸ ਦੁਕਾਨਦਾਰ ਨੇ ਉਹਨਾਂ ਕੋਇਲਿਆਂ ਦਾ ਮੁੱਲ ਤਾਂ ਕੁਝ ਕੋਡੀਆਂ ਹੀ ਦੱਸਿਆ, ਪਰ ਕਹਿਣ ਲੱਗਾ, ਇਹ ਜੋ ਕੁਹਾੜੇ ਦਾ ਦਸਤਾ ਹੈ, ਜੇਕਰ ਵੇਚਣਾ ਹੋਵੇ ਤਾਂ ਇਸ ਦੀ ਬਹੁਤ ਰਕਮ ਦੇਵਾਂਗਾ। ਇਹ ਸੁਣ ਕੇ ਲੱਕੜਹਾਰਾ ਬਹੁਤ ਪਛਤਾਇਆ ਅਤੇ ਕਹਿਣ ਲੱਗਾ, ਮੈਂ ਇਸ ਨਾਲ ਐਸੀ ਕੀਮਤੀ ਲੱਕੜੀ ਦੇ ਗੱਡਿਆਂ ਦੇ ਗੱਡੇ ਕੋਇਲੇ ਬਣਾ ਕੇ ਵੇਚ ਦਿੱਤੇ ਹਨ। ਜੇ ਪਤਾ ਹੁੰਦਾ ਤਾਂ ਕਦੇ ਐਸੀ ਭੁੱਲ ਨਾ ਕਰਦਾ। ਅਸਲ ਪਾਤਸ਼ਾਹ ਵਾਹਿਗੁਰੂ ਹੈ, ਜੀਵ ਲੱਕੜਹਾਰਾ ਹੈ। ਚੰਗੇ ਕਰਮ ਕਰਨੇ, ਪਾਣੀ ਪਿਲਾਉਣਾ ਹੈ। ਵਾਹਿਗੁਰੂ ਰਾਜੇ ਦੀ ਮਿਹਰ ਕਰਕੇ ਮਨੁੱਖਾ ਜਨਮ ਅਥਵਾ ਸ਼ਰਧਾ ਰੂਪੀ ਅੰਗੂਠੀ ਮਿਲਦੀ ਹੈ। ਉਮਰ ਇੱਕ ਚੰਦਨ ਦਾ ਬਾਗ ਹੈ, ਜਿਸ ਵਿੱਚ ਸਵਾਸਾਂ ਰੂਪੀ ਚੰਦਨ ਦੇ ਬੂਟਿਆਂ ਤਾਈਂ ਮਨਮੁੱਤ ਰੂਪੀ ਕੁਹਾੜਿਆਂ ਨਾਲ ਕੱਟ ਕੇ ਰਾਗ ਦਵੈਖ ਦੀ ਅਗਨੀ ਵਿੱਚ ਸਾੜ ਕੇ ਪਾਪਾਂ ਰੂਪੀ ਕੋਇਲੇ ਕਰ ਰਿਹਾ ਹੈ। ਵਾਹਿਗੁਰੂ ਦੀ ਸਿਮਰਨ ਵਿੱਚ ਲੱਗੇ ਕਿਸੇ ਇੱਕ ਦੋ ਸਵਾਸਾਂ ਦੀ ਅੰਤ ਨੂੰ ਧਰਮ ਰਾਜੇ ਪਾਸ ਬਹੁਤ ਹੀ ਕੀਮਤ ਪੈਣ ਤੇ ਜੀਵ ਨੇ ਬਹੁਤ ਹੀ ਪਛਚਾਤਾਪ ਕੀਤਾ। ਯਥਾ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਸੋ ਅਗਲਾ ਅਲੰਕਾਰ ਹੈ
ਚੱਕਰਵਰਤੀ ਰਾਜੇ ਦਾ ਅਲੰਕਾਰ। ਇੱਕ ਚੱਕਰਵਰਤੀ ਰਾਜੇ ਦੀਆਂ ਦੋ ਰਾਣੀਆਂ ਸਨ। ਰਾਜਾ ਛੋਟੀ ਰਾਣੀ ਦੀ ਚੰਚਲਤਾ ਕਾਰਨ ਉਸ ਦੇ ਵੱਸ ਹੋ ਗਿਆ ਸੀ। ਸਦਾ ਉਸ ਕੋਲ ਹੀ ਰਹਿੰਦਾ ਸੀ। ਵੱਡੇ ਦੀ ਪਰਵਾਹ ਨਹੀਂ ਸੀ ਕਰਦਾ। ਵੱਡੀ ਦੀ ਕੋਈ ਪੇਸ਼ ਨਾ ਗਈ ਤਾਂ ਉਸ ਨੇ ਕੁਝ ਵਿਚਾਰ ਕੀਤੀ ਕਿ ਕਿਸੇ ਤਰ੍ਹਾਂ ਰਾਜਾ ਸਾਹਿਬ ਮੈਨੂੰ ਵੀ ਅਪਣਾਉਣ। ਇਹ ਵਿਚਾਰ ਕਰਕੇ ਕਿ ਛੋਟੀ ਰਾਣੀ ਦੀ ਪ੍ਰਸੰਨਤਾ ਨਾਲ ਹੀ ਰਾਜਾ ਸਾਹਿਬ ਮੇਰੇ ਘਰ ਆ ਸਕਦੇ ਹਨ, ਤਾਂ ਵੱਡੀ ਰਾਣੀ ਲੱਗੀ ਸੇਵਾ ਕਰਨ ਛੋਟੀ ਰਾਣੀ ਦੇ ਮਹਿਲਾਂ ਵਿੱਚ ਜਾ ਕੇ ਜੂਠੇ ਭਾਂਡੇ ਮਾਂਜਿਆ ਕਰੇ। ਤਾਂ ਛੋਟੀ ਰਾਣੀ ਉਸ ਦੀ ਨਿਮਰਤਾ ਵੇਖ ਕੇ ਪ੍ਰਸੰਨ ਹੋ ਗਈ ਤੇ ਕਿਹਾ, ਮੰਗ ਜੋ ਕੁਝ ਮੰਗਣਾ ਹੈ। ਤਾਂ ਵੱਡੀ ਰਾਣੀ ਨੇ ਕਿਹਾ, ਕਿਰਪਾ ਕਰਕੇ ਇੱਕ ਦਿਨ ਰਾਜਾ ਸਾਹਿਬ ਨੂੰ ਮੇਰੇ ਮਹਿਲਾਂ ਵਿੱਚ ਆਉਣ ਦੇਵੋ, ਬਸ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਛੋਟੀ ਰਾਣੀ ਨੇ ਵੱਡੀ ਚੀਜ਼ ਜਾਣ ਕੇ ਵੱਡੀ ਰਾਣੀ ਪਾਸੋਂ 9 ਲੱਖਾ ਹਾਰ ਮੰਗਿਆ, ਜੋ ਕਿ ਉਸ ਦੇ ਪੇਕਿਆਂ ਨੇ ਉਸ ਨੂੰ ਦਿੱਤਾ ਸੀ। ਵੱਡੀ ਰਾਣੀ ਨੇ ਝੱਟ ਦੇ ਦਿੱਤਾ। ਤਾਂ ਛੋਟੀ ਰਾਣੀ ਦਾ ਪ੍ਰੇਰਿਆ ਰਾਜਾ ਵੱਡੀ ਦੇ ਮਹਿਲੀਂ ਗਿਆ। ਵੱਡੀ ਦੀ ਨਿਰਮਾਣ ਸੇਵਾ, ਸ਼ਰਧਾ, ਭਾਵਨਾ ਵੇਖ ਕੇ ਉਸ ਵੱਲ ਹੀ ਰਹਿਣ ਲੱਗ ਪਿਆ। ਇੱਕ ਦਿਨ ਰਾਜੇ ਨੇ ਵੱਡੀ ਰਾਣੀ ਨੂੰ ਪੁੱਛਿਆ, ਤੂੰ ਛੋਟੀ ਨੂੰ ਮੇਰਾ ਇੱਧਰ ਆਉਣ ਦਾ ਕਿਵੇਂ ਮਨਾਇਆ ਹੈ? ਉਸ ਬਿਨਾਂ ਕੀਤੀ ਮੈਂ ਉਸ ਦੇ ਜੂਠੇ ਭਾਂਡੇ ਮਾਂਜ ਕੇ ਨਿਮਰਤਾ ਗਰੀਬੀ ਨਾਲ ਉਸ ਨੂੰ ਪ੍ਰਸੰਨ ਕਰ ਲਿਆ ਤੇ ਆਪ ਜੀ ਦੇ ਦਰਸ਼ਨਾਂ ਲਈ ਬੇਨਤੀ ਕੀਤੀ। ਤੁਹਾਡੇ ਦਰਸ਼ਨਾਂ ਬਦਲੇ ਉਸ ਨੇ ਮੈਥੋਂ 9 ਲੱਖਾ ਹਾਰ ਮੰਗਿਆ ਤੇ ਮੈਂ ਤੁੱਛ ਜਾਣ ਕੇ ਤੇ ਆਪ ਜੀ ਦੇ ਮੇਲ ਨੂੰ ਬੇਕੀਮਤਾ ਜਾਣ ਕੇ ਉਹ ਹਾਰ ਝੱਟ ਦੇ ਦਿੱਤਾ, ਤਾਂ ਤੁਹਾਡੇ ਦਰਸ਼ਨ ਪ੍ਰਾਪਤ ਹੋਏ ਹਨ। ਇਹ ਸੁਣ ਕੇ ਰਾਜੇ ਨੂੰ ਸੋਝੀ ਹੋਈ ਕਿ ਮੈਂ ਇੰਨਾ ਵੱਡਾ ਰਾਜਾ, ਪਰ ਛੋਟੀ ਰਾਣੀ ਨੇ ਮੈਨੂੰ 9 ਲੱਖ ਦੇ ਮੁੱਲ ਦੇ ਹਾਰ ਨਾਲੋਂ ਵੀ ਘੱਟ ਜਾਣਿਆ ਹੈ ਤੇ ਉਸ ਕੋਲ ਜਾਣਾ ਹੀ ਛੱਡ ਦਿੱਤਾ ਤੇ ਵੱਡੀ ਰਾਣੀ ਦਾ ਹੀ ਹੋ ਕੇ ਰਹਿ ਗਿਆ। ਇਹ ਹੈ ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਇਸ ਪ੍ਰਕਾਰ ਹੈ। ਮਨ ਹੈ ਰਾਜਾ ਯਥਾ ਗੁਰ ਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਇਸ ਦੀਆਂ ਦੋ ਰਾਣੀਆਂ ਹਨ। ਵੱਡੀ ਹੈ ਸਬੁੱਧੀ ਨਿਵਰਤੀ, ਸੁਸ਼ੀਲ, ਨਿਮਰਤਾ, ਗਰੀਬੀ, ਸ਼ਰਧਾ ਭਾਵਨਾ ਵਾਲੀ। ਛੋਟੀ ਹੈ ਕੁਬੁੱਧੀ ਪ੍ਰਵਿਰਤੀ, ਚੰਚਲ, ਹੁਸ਼ਿਆਰ, ਕੁਟਲ ਸੁਭਾਅ ਵਾਲੀ। ਮਨ ਰਾਜਾ ਛੋਟੀ ਕੁਬੁੱਧੀ ਪ੍ਰਵਿਰਤੀ ਦੇ ਵਸ ਹੋ ਰਿਹਾ ਹੈ। ਵਿਹਾਰਾਂ, ਵਿਕਾਰਾਂ ਅਤੇ ਸੰਸਾਰ ਵਿੱਚ ਖਚਤ ਹੋ ਰਿਹਾ ਹੈ। ਵੱਡੀ ਸੁਮਤੀ ਸਬੁੱਧੀ ਨਿਵਰਤੀ ਨੇ ਸਾਧ ਸੰਗਤ ਦੀ ਸੇਵਾ, ਜੂਠੇ ਭਾਂਡੇ ਮਾਂਜਣੇ। ਜੈਸੇ ਤੱਪੜ ਝਾੜ ਵਿਛਾਏ ਧੂੜੀ ਨਾਇਆ, ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਅਨੁਸਾਰ ਛੋਟੀ ਦੀ ਸੇਵਾ ਕੀਤੀ, ਜਿਸ ਤੇ ਪ੍ਰਸੰਨ ਹੋ ਕੇ ਕੁਬੁੱਧੀ ਪ੍ਰਵਿਰਤੀ ਨੇ ਕਿਹਾ, ਵੱਡੀ ਭੈਣ ਮੰਗ ਜੋ ਇੱਛਾ ਹੈ। ਤਾਂ ਵੱਡੀ ਨੇ ਕਿਹਾ, ਮਨ ਰਾਜੇ ਨੂੰ ਮੇਰੇ ਵੱਲ ਵੀ ਕਿਰਪਾ ਕਰਕੇ ਆਉਣ ਦੇ। ਉਸ ਨੇ ਕਿਹਾ, 9 ਗੋਲਕਾਂ ਦੇ ਵਿਸ਼ੇ ਸ਼ਬਦ ਸਪਰਸ਼ਾਦਿਕ ਜੋ ਪੇਕਿਆਂ ਭਾਵ ਮਾਤਾ ਤੇ ਗਰਭ ਤੋਂ ਹੀ ਤੈਨੂੰ ਮਿਲੇ ਹਨ, ਉਹ ਮੈਨੂੰ ਦੇ ਦੇ। ਉਸ ਨੇ ਕਿਹਾ, 9 ਗੋਲਕਾਂ ਦੇ ਵਿਸ਼ੇ ਜੋ ਪੇਕਿਆਂ ਤੋਂ ਹੀ ਤੈਨੂੰ ਮਿਲੇ ਹਨ, ਉਹ ਮੈਨੂੰ ਦੇ ਦੇ।
ਤਾਂ ਸਬੁੱਧੀ ਨਿਵਰਤੀ ਨੇ ਝੱਟ ਹੀ 9 ਗੋਲਕਾਂ ਦੇ ਵਿਸ਼ਿਆਂ ਦਾ ਤਿਆਗ ਰੂਪ 9 ਲੱਖਾ ਹਾਰ ਦੇ ਦਿੱਤਾ। ਤਾਂ ਮਨ ਰਾਜਾ ਸਬੁੱਧੀ ਦੇ ਘਰ ਆਇਆ, ਨਾਲੇ ਵਿਚਾਰ ਕੀਤੀ ਕਿ ਮੈਂ ਸਰਬ ਸੰਸਾਰ ਦਾ ਪ੍ਰਕਾਸ਼ਕ ਹਾਂ, ਪਰ ਕੁਬੁੱਧੀ ਨੇ ਮੈਨੂੰ 9 ਗੋਲਕਾਂ ਦਾ ਵਿਸ਼ਾ ਹੀ ਸਮਝ ਛੱਡਿਆ ਸੀ। ਇਸ ਕਰਕੇ ਸਬੁੱਧੀ ਨਿਵਰਤੀ ਦੇ ਸਦਾ ਲਈ ਹੀ ਵਸ ਹੋ ਗਿਆ, ਫਿਰ ਕਦੇ ਵੀ ਕੁਬੁੱਧੀ ਪ੍ਰਵਿਰਤੀ ਦੇ ਘਰ ਨਹੀਂ ਗਿਆ। ਸੋ ਸਬੁੱਧੀ ਨੇ ਨਿਮਰਤਾ, ਧੀਰਜ ਤੇ ਸੇਵਾ ਨਾਲ ਬਾਹਰ ਭਟਕਦੇ ਮਨ ਰਾਜੇ ਨੂੰ ਹਿਰਦੇ ਰੂਪ ਘਰ ਲੈ ਆਂਦਾ। ਯਥਾ ਇਹੋ ਮਨ ਨਿਹਚਲ ਹਿਰਦੇ ਵਸਿਅਲੇ, ਭਾਵ ਗੁਰੂ ਘਰ ਦੀ ਨਿਸ਼ਕਾਮ ਸੇਵਾ ਹੀ ਅੰਤਹਿ ਕਰਨ ਦੀ ਸ਼ੁੱਧੀ ਕਰਕੇ ਮਨ ਵਸ ਕਰਦੀ ਹੈ। ਸੋ ਸਤਿਗੁਰ ਕੀ ਸੇਵਾ ਸਫਲ ਹੈ, ਜੇਖੋ ਕਰੇ ਚਿਤ ਲਾਏ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਸੋ ਅਗਲਾ ਪ੍ਰਸੰਗ ਹੈ ਸ਼ਾਹੂਕਾਰ ਦੇ ਪੁੱਤਰ ਦਾ ਅਲੰਕਾਰ। ਇੱਕ ਸ਼ਾਹੂਕਾਰ ਸੀ, ਉਸ ਨੇ ਅੰਤ ਦੇ ਵਕਤ ਆਪਣੇ ਪੁੱਤਰ ਨੂੰ ਸਿੱਖਿਆ ਦਿੰਦਿਆਂ ਕਿਹਾ ਕਿ ਇਹ ਗੱਲਾਂ ਤੇਰੇ ਕਰਨ ਯੋਗ ਹਨ, ਜਿਨ੍ਹਾਂ ਨਾਲ ਤੂੰ ਸਫਲ ਸ਼ਾਹੂਕਾਰ ਬਣ ਸਕਦਾ ਹੈ। ਪਹਿਲੀ ਗੱਲ ਇਹ ਕਿ ਦੁਕਾਨ ਤੇ ਛਾਵੇਂ ਛਾਵੇਂ ਹੀ ਜਾਵੀਂ ਤੇ ਛਾਵੇਂ ਛਾਵੇਂ ਹੀ ਆਵੀਂ। ਦੂਜੀ, ਸੌਦਾ ਉਧਾਰ ਦੇ ਕੇ ਕਿਸੇ ਤੋਂ ਮੰਗੀ ਨਾ। ਤੀਜੀ, ਮਿੱਠਾ ਭੋਜਨ ਛਕੀ। ਚੌਥੀ, ਜੇ ਮਾਇਆ ਦੀ ਲੋੜ ਪਵੇ ਤਾਂ ਸਵਾ ਪਹਿਰ ਦਿਨ ਚੜੇ ਤੋਂ ਮਸੀਤ ਹੇਠੋਂ ਪੁੱਟ ਕੇ ਕੱਢ ਲਵੀਂ। ਪੰਜਵੀਂ, ਜੇ ਹੋਰ ਧਨ ਦੀ ਲੋੜ ਹੋਵੇ ਤਾਂ ਥੰਮਣ ਸ਼ਾਹ ਤੋਂ ਲੈ ਲਵੀਂ। ਇਹ ਸਿੱਖਿਆ ਦੇ ਕੇ ਸ਼ਾਹ ਚੜ੍ਹਾਈ ਕਰ ਗਿਆ। ਸ਼ਾਹ ਦੇ ਪੁੱਤਰ ਨੇ ਗੁੱਝੀ ਰਮਜ ਨਾ ਸਮਝੀ। ਦੁਕਾਨ ਤੇ ਜਾਣ ਆਉਣ ਵਾਸਤੇ ਘਰ ਤੋਂ ਲੈ ਕੇ ਦੁਕਾਨ ਤੱਕ ਸਾਰੇ ਬਾਜ਼ਾਰ ਵਿੱਚ ਚਾਨਣੀਆਂ ਲਵਾ ਦਿੱਤੀਆਂ। ਸੌਦਾ ਉਧਾਰ ਦੇ ਕੇ ਕਿਸੇ ਤੋਂ ਮੰਗੇ ਨਾ ਤੇ ਆਪਣੇ ਆਪ ਕੋਈ ਪੈਸੇ ਦੇਵੇ ਨਾ। ਹਰ ਰੋਜ਼ ਘਿਓ ਖੰਡ ਨਾਲ ਪ੍ਰਸ਼ਾਦਾ ਅਥਵਾ ਮਠਿਆਈ ਬਣਾ ਬਣਾ ਕੇ ਛਕਣ ਲੱਗ ਪਿਆ। ਛੇਤੀ ਹੀ ਮਾਇਆ ਮੁੱਕ ਗਈ। ਇੱਕ ਦਿਨ ਮਸੀਤ ਹੇਠੋਂ ਮਾਇਆ ਕੱਢਣ ਵਾਸਤੇ ਸਵਾ ਪਹਿਰ ਦਿਨ ਚੜੇ ਤੋਂ ਅੰਦਰੋਂ ਮਸੀਤ ਪੁੱਟਣ ਲੱਗਾ। ਇਹ ਸਭ ਦੇਖ ਕੇ ਮੁਸਲਮਾਨਾਂ ਨੇ ਉਹਨੂੰ ਬੁਰੀ ਤਰ੍ਹਾਂ ਕੁੱਟਿਆ। ਥੰਮਣ ਸ਼ਾਹ ਦਾ ਇਸ ਨੂੰ ਪਤਾ ਹੀ ਨਾ ਲੱਗਾ ਕਿ ਕਿਹੜਾ ਹੈ। ਇਸ ਤਰ੍ਹਾਂ ਅਤਿਅੰਤ ਗਰੀਬ ਹੋ ਗਿਆ। ਉਸ ਸ਼ਾਹ ਦਾ ਕੋਈ ਮਿੱਤਰ ਸੀ। ਉਹ ਇੱਕ ਦਿਨ ਆਇਆ ਤੇ ਇਸ ਦੇ ਗਰੀਬ ਹੋ ਜਾਣ ਦਾ ਕਾਰਨ ਪੁੱਛਿਆ। ਤਾਂ ਇਸ ਨੇ ਕਿਹਾ, ਪਿਤਾ ਦੀ ਆਗਿਆ ਮੰਨ ਕੇ ਇਹ ਹਾਲਤ ਹੋਈ ਹੈ। ਉਹ ਸਾਰਾ ਆਪਣੇ ਪਿਤਾ ਦਾ ਹੁਕਮ ਹੀ ਦੱਸ ਦਿੱਤਾ। ਸ਼ਾਹ ਦਾ ਮਿੱਤਰ ਕਹਿਣ ਲੱਗਾ, ਤੂੰ ਤਾਂ ਉਸ ਦੇ ਭਾਵ ਨੂੰ ਨਹੀਂ ਸਮਝ ਸਕਿਆ, ਤਾਂ ਤੇਰੀ ਇਹ ਹਾਲਤ ਹੋਈ ਹੈ। ਉਸ ਦਾ ਛਾਵੇਂ ਛਾਵੇਂ ਦੁਕਾਨ ਤੇ ਜਾਣ ਆਉਣ ਦੇ ਕਹਿਣ ਤੋਂ ਭਾਵ ਸੀ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਪਹੁ ਫੁੱਟ ਦੇ ਨਾਲ ਦੁਕਾਨ ਤੇ ਜਾਈਂ ਅਤੇ ਹਨੇਰਾ ਹੋਏ ਤੇ ਆਇਆ ਕਰੀ, ਤਾਂ ਕਿ ਕੋਈ ਵੀ ਗਾਹਕ ਖਾਲੀ ਨਾ ਮੁੜੇ। ਉਧਾਰ ਦੇ ਕੇ ਨਾ ਮੰਗੀ। ਕਹਿਣ ਦਾ ਮਤਲਬ ਸੀ ਕਿ ਜਿਸ ਨੂੰ ਉਧਾਰ ਦੇਵੇਂ ਉਸ ਦੀ ਪਹਿਲਾਂ ਹੀ ਕੋਈ ਐਸੀ ਬਹੁਮੁੱਲੇ ਚੀਜ਼ ਗਿਰਵੀ ਗਹਿਣੇ ਰਖਾ ਲਵੀਂ, ਜਿਸ ਕਰਕੇ ਉਹ ਆਪ ਹੀ ਪੈਸੇ ਦੇਣ ਭੱਜਾ ਆਵੇ, ਤੈਨੂੰ ਮੰਗਣ ਦੀ ਲੋੜ ਨਾ ਪਵੇ। ਮਿੱਠਾ ਭੋਜਨ ਛਕਣ ਦਾ ਭਾਵ ਸੀ ਕਿ ਭੁੱਖ ਲੱਗੀ ਤੋਂ ਪ੍ਰਸ਼ਾਦਾ ਛਕੀ, ਉਦੋਂ ਸਵਾਦ ਲੱਗਦਾ ਹੈ ਤੇ ਸਰੀਰ ਵੀ ਅਰੋਗ ਰਹਿੰਦਾ ਹੈ। ਸਵਾ ਪਹਿਰ ਦਿਨ ਚੜੇ ਮਸੀਤ ਹੇਠੋਂ ਪੁੱਟ ਕੇ ਧਨ ਕੱਢਣ ਦਾ ਭਾਵ ਸੀ
ਮਸੀਤ ਘਰ ਦੇ ਨਾਲ ਹੈ। ਸਵਾ ਪਹਿਰ ਦਿਨ ਚੜ੍ਹੇ ਤੇ ਤੁਹਾਡੇ ਵਿਹੜੇ ਵਿੱਚ ਜਿੱਥੇ ਮਸੀਤ ਦਾ ਪਰਛਾਵਾਂ ਹੋਵੇਗਾ ਉੱਥੋਂ ਪੁੱਟੀ। ਜਦ ਪੁੱਟਿਆ ਤਾਂ ਕਾਫੀ ਧਨ ਨਿਕਲਿਆ। ਥੰਮਣ ਸ਼ਾਹ ਦਾ ਪਤਾ ਕੀਤਾ। ਘਰ ਵਿੱਚ ਇੱਕ ਥੰਮਲਾ ਬੇਲੋੜਾ ਹੀ ਕੱਢਿਆ ਹੋਇਆ ਸੀ। ਜਦ ਉਹ ਉਧੇੜਿਆ ਤਾਂ ਵਿੱਚੋਂ ਪੋਲਾ ਸੀ। ਸ਼ਾਹੂਕਾਰ ਦਾ ਰੱਖਿਆ ਹੋਇਆ ਬੇਅੰਤ ਧਨ ਉਸ ਵਿੱਚੋਂ ਨਿਕਲਿਆ। ਫਿਰ ਉਸੇ ਤਰ੍ਹਾਂ ਇਹ ਵੀ ਸ਼ਾਹੂਕਾਰ ਬਣ ਗਿਆ। ਹੁਣ ਪਹਿਲੇ ਇਸੇ ਤਰ੍ਹਾਂ ਹੀ ਪਰਮੇਸ਼ਰ ਸਭ ਤੋਂ ਵੱਡਾ ਸ਼ਾਹੂਕਾਰ ਹੈ। ਜੀਵ ਉਸ ਦਾ ਪੁੱਤਰ ਹੈ। ਉਸ ਨੇ ਇਸ ਜੀਵ ਨੂੰ ਸਫਲ ਸ਼ਾਹ ਬਣਨ ਲਈ ਇਹ ਸ਼ੁਭ ਸਿੱਖਿਆ ਦਿੱਤੀ, ਪਰ ਇਸ ਜੀਵ ਨੇ ਉਸ ਸਿੱਖਿਆ ਨੂੰ ਅਸਲੀ ਰੂਪ ਵਿੱਚ ਨਾ ਸਮਝਦੇ ਹੋਏ ਨੇ ਭੂਤਾਂ ਪ੍ਰੇਤਾਂ ਦੀ ਉਪਾਸਨਾ ਕਰਨ ਵਾਲੀ ਕੁਸੰਗਤ ਰੂਪ ਦੁਕਾਨ ਤੇ ਜਾਣ ਵਾਸਤੇ ਵਾਸ਼ਨਾ ਰੂਪ ਚਾਨਣੀਆਂ ਨੂੰ ਆਸਾ ਰੂਪ ਡੋਰੀਆਂ ਕੱਸ ਕੇ ਛਾਂ ਦਾ ਪ੍ਰਬੰਧ ਕੀਤਾ। ਇਸ ਦਾ ਖਿਆਲ ਸੀ ਜਦ ਉਥੋਂ ਮੈਂ ਭੂਤਾਂ ਪ੍ਰੇਤਾਂ ਨੂੰ ਵਸ ਕਰ ਲਿਆ ਤਾਂ ਦੂਜਿਆਂ ਦੀ ਮਾਇਆ ਵੀ ਮੈਨੂੰ ਹੀ ਲਿਆ ਕੇ ਦੇਣਗੇ। ਜਿਸ ਤਰ੍ਹਾਂ ਕਿਸੇ ਬੰਦੇ ਦੇ ਯਖਣੀ ਵਸ ਸੀ ਅਤੇ 25 ਰੁਪਏ ਹਰ ਰੋਜ਼ ਲਿਆ ਕੇ ਉਸ ਨੂੰ ਦਿੰਦੀ ਸੀ, ਪਰ ਉਸ ਨੇ ਅੰਤ ਨੂੰ ਉਸ ਨੂੰ ਹੀ ਮਾਰਿਆ ਸੀ। ਕਾਸ਼ੀ ਵਿੱਚ ਇੱਕ ਜੋਗੀ ਦੇ ਭੂਤ ਵਸ ਸੀ। ਉਸ ਨੂੰ ਆਕਾਸ਼ ਵਿੱਚ ਉੱਚੀ ਚੌਕੀ ਝੁਕਾ ਕੇ ਪਹਿਰ ਭਰ ਲੋਕਾਂ ਤੋਂ ਆਪ ਹੀ ਪੂਜਾ ਕਰਵਾਉਂਦਾ ਸੀ। ਇਸੇ ਤਰ੍ਹਾਂ ਛਾਇਆ ਸ਼ੋਸ਼ੀ ਜਗਤ ਭੁਲਾਨਾ ਦੇ ਥਾਂ ਵਿੱਚ ਪਰਚ ਗਿਆ। ਦੂਸਰੇ ਕਿਸੇ ਨੂੰ ਉਧਾਰ ਦੇ ਕੇ ਨਾ ਮੰਗਣ ਦੀ ਤਰ੍ਹਾਂ ਅੱਖਾਂ, ਕੰਨ, ਨੱਕ ਆਦਿ ਇੰਦਰੀਆਂ ਦੇ ਸ਼ਬਦ, ਸਪਰਸ਼, ਰੂਪ, ਰਸ, ਗੰਧ ਆਦਿ ਵਿਸ਼ਿਆਂ ਦੇ ਵੇਖਣ, ਸੁਣਨ, ਸੁੰਘਣ ਤੇ ਭੋਗਣ ਵਿੱਚ ਮਨ ਨੂੰ ਲਾ ਦਿੱਤਾ। ਮੁੜ ਕੇ ਵਾਪਸ ਹੀ ਨਹੀਂ ਲਿਆ। ਬਿਰਧ ਅਵਸਥਾ ਦੇ ਕਾਰਨ ਇੰਦਰੀਆਂ ਦੀ ਆਹ ਹਾਲਤ ਭਾਵੇਂ ਐਸੀ ਹੋ ਗਈ ਹੈ ਜੈਸੇ ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਪਰ ਅਜੇ ਵੀ ਅੱਖਾਂ ਬੇਗਾਨਾ ਰੂਪ ਦੇਖਣ ਵਾਸਤੇ ਭੁੱਖੇ ਬਾਜ ਦੀ ਤਰ੍ਹਾਂ ਦੌੜ ਕੇ ਜਾਂਦੀਆਂ ਹਨ। ਜੈਸੇ ਅੱਖੀ ਵੇਖ ਨ ਰੱਜੀਆ ਬਹੁ ਰੰਗ ਤਮਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਵ ਨ ਰੱਜੀਆ ਕਰ ਭੋਗ ਬਿਲਾਸੇ, ਨੱਕ ਨ ਰਾਜਾ ਵਾਸ ਲੈ ਦੁਰਗੰਧ ਸੁਆਸੇ, ਮ੍ਰਿਗ ਮੀਨ ਭਿਰੰਗ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ, ਜਾਮਹਿ ਤਾਕੀ ਕੇਤਕ ਆਸ। ਇਉਂ ਵਿਸ਼ਿਆਂ ਵਿੱਚ ਇੰਦਰੀਆਂ ਨੂੰ ਲਾ ਕੇ ਵਾਪਸ ਨਹੀਂ ਮੋੜਿਆ। ਤੀਜੇ ਵਿਸ਼ਿਆਂ ਨੂੰ ਮਿੱਠੇ ਭੋਜਨ ਜਾਣ ਕੇ ਇਹਨਾਂ ਦੇ ਭੋਗਣ ਵਿੱਚ ਪਰਚ ਗਿਆ। ਜੈਸੇ ਮਨਮੁਖ ਖੂਲ ਮਹਾਂਬਿਖ ਖਾਏ, ਤਰੁਣ ਤੇਜ ਪਰ ਤ੍ਰੈ ਮੁਖ ਜੋਹੇ, ਸਰ ਅਪਸਰ ਨਾ ਪਛਾਣਿਆ, ਪਰਾਏ ਹੱਕਾਂ ਰੂਪ, ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹੀਗੈ ਮਰੈ, ਮਾਤਾ ਪੈਸਾ ਅਮੂਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਕਹਿੰਦਾ ਹੈ ਆਪਣੇ ਧਰਮ ਜਾਤ ਸੱਤ ਵਿੱਚ ਰਹਿਣ ਦੇ ਜੋ ਨਿਯਮ ਬਣਾਏ ਹਨ, ਇਹ ਕਮਜ਼ੋਰ ਲੋਕਾਂ ਦੀਆਂ ਗੱਲਾਂ ਹਨ। ਆਹ ਜਗ ਮਿੱਠਾ ਅਗਲਾ ਕਿਨ ਡਿਠਾ, ਖਾਓ ਪੀਓ ਹੰਢਾਓ ਮੌਜ ਕਰੋ। ਇਉਂ ਜਾਣ ਕੇ ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੇਵਿਦ ਨੈਨੋਹ ਡੀਠੀ,
ਮੰਨੀ ਬੈਠਾ ਹੈ। ਇਹ ਨਹੀਂ ਪਤਾ ਜਦ ਧਰਮ ਰਾਜਾ ਨੇ ਦੰਡ ਦਿੱਤਾ, ਤਪਤ ਥੰਮ ਗਲ ਲਾਤਿਆ ਅਤੇ ਪਰਤਰਿਆ ਰਾਵਣ ਜਾਹੇ ਸਈ ਤਾਂ ਲਾਜਿਆ ਹੈ। ਉਸ ਵਕਤ ਇਹ ਮਿਠਾਸ ਨਹੀਂ ਰਹਿਣੀ। ਜਿਸ ਤਰ੍ਹਾਂ ਜੇ 100 ਵਰਿਆ ਮਿੱਠਾ ਖਾਜੈ, ਭੀ ਫਿਰ ਕੌੜਾ ਖਾਏ। ਮਿੱਠਾ ਖਾਦਾ ਚਿਤ ਨ ਆਵੈ, ਕੌੜਤਨ ਧਾਏ ਜਾਏ। ਮਿੱਠਾ ਕੌੜਾ ਦੋਵੈ ਰੋਗ, ਨਾਨਕ ਅੰਤ ਵਿਗੁੱਤੇ ਭੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਇਹ ਮਿੱਠੇ ਤੇਲੀਏ ਦੀ ਨਿਆਈ ਹੈ। ਉਹ ਖਾਣ ਨੂੰ ਤਾਂ ਮਿੱਠਾ, ਪਰ ਉਸ ਵਿੱਚ ਹੁੰਦੀ ਨਿਰੀ ਜ਼ਹਿਰ ਹੈ, ਮੌਤ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਇਹ ਵਿਸ਼ੇ ਵੀ ਫਰੀਦਾ ਇਹ ਵਿਸ ਗੰਧਲਾ, ਧਰੀਆਂ ਖੰਡ ਲਿਵਾੜ। ਪੇ ਖੰਦੜੋ ਕੀ ਭੁੱਲ, ਤੁਮਾਂ ਦਿਸਮ ਸੋਹਣਾ। ਸੁਖ ਰੂਪ ਜਾਣ ਕੇ ਭੋਗਦਾ ਹੈ, ਪਰ ਅੰਤ ਨੂੰ ਦੁੱਖ ਰੂਪ ਹੁੰਦੇ ਹਨ। ਇਸੇ ਤਰ੍ਹਾਂ ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ। ਪਰ ਇਹ ਅਲਪੱਗ ਜੀਵ ਵਿਸ਼ੇ ਮੁਖ ਨੂੰ ਮਿੱਠੇ ਜਾਣ ਕੇ ਮਾਣਦਾ ਹੈ। ਜੈਸੇ ਨਿਮਖ ਕਾਮ ਸਵਾਦ ਕਾਰਣ, ਕੋਟ ਦਿਨਸ ਦੁਖ ਪਾਵਹਿ। ਘਰੀ ਮੋਹਤ ਰੰਗ ਮਾਣਹਿ, ਫਿਰ ਬਹੁਰ ਬਹੁਰ ਪਛਤਾਵਹਿ। ਅਥਵਾ ਝੂਠ ਨੂੰ ਮਿੱਠਾ ਭੋਜਨ ਜਾਣ ਕੇ ਛਕਦਾ ਹੈ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਜਬ ਆਣੈ ਵਲ ਵੰਚ ਕਰ ਝੂਠ, ਤਬ ਜਾਣੈ ਜਗ ਜਿਤਿਆ। ਗੁਰੂ ਪੀਰ ਦੀ ਝੂਠੀ ਸਹੁੰ ਖਾਣ ਤੋਂ ਵੀ ਸੰਕੋਚ ਨਹੀਂ ਕਰਦਾ। ਐਸਾ ਬਾਜੀ ਸੈਸਾਰ, ਨਾ ਚੇਤੈ ਹਰ ਨਾਮਾ। ਖਿਨ ਮਹਿ ਬਿਨ ਸਹਿ ਸਭ ਝੂਠ, ਮੇਰੇ ਮਨ ਧਿਆਏ ਰਾਮਾ। ਕੂੜ ਠੱਗੀ ਗੁੱਜੀ ਨਾ ਰਹੈ, ਮੁਲੰਮਾ ਭਾਜ ਲਹਿ ਜਾਏ। ਅੰਦਰ ਕਮਾਣਾ ਸਿਰ ਪਰ ਉਗੜੈ, ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ। ਚਿੱਤਰ ਗੁਪਤ ਜਬ ਲੇਖਾ ਮੰਗਹਿ, ਤਬ ਕੌਣ ਪੜਦਾ ਤੇਰਾ ਢਾਕੈ। ਤਬ ਕੌਣ ਪੜਦਾ ਤੇਰਾ ਢਾਕੈ। ਸੋ ਨਾਮ ਮਿੱਠਾ ਧਾਰਨ ਰੂਪ ਖਾਣ ਦੀ ਥਾਂ ਵਿਸ਼ਿਆਂ ਨੂੰ ਭੋਗਦਾ ਹੈ ਤੇ ਦੁਖੀ ਹੁੰਦਾ ਹੈ। ਹੁਣ ਚੌਥੇ, ਸਵਾ ਪਹਿਰ ਦਿਨ ਚੜੇ ਤੋਂ ਮਸੀਤ ਹੇਠੋਂ ਮਾਇਆ ਕੱਢਣ ਦੇ ਭਾਵ ਨੂੰ ਉਲਟਾ ਸਮਝਦੇ ਹੋਏ ਨੇ ਦੇਹ ਰੂਪ ਮਸੀਤ ਨੂੰ ਹੀ ਪੁੱਟਣਾ ਸ਼ੁਰੂ ਕਰ ਦਿੱਤਾ। ਸਾਬਤ ਸੂਰਤ ਨੂੰ ਵਿਗਾੜਨ ਰੂਪ ਨੂੰ ਕਿਸੇ ਨੇ ਤਾਂ ਜੋਗੀ ਬਣ ਕੇ, ਜੈਸੇ ਸਰਾਵਣ ਫਾਰ ਮੁਦਰਾ ਦਵੈਖ ਡਾਰੀ, ਹਰ ਕੀ ਪ੍ਰੀਤ ਰੀਤ ਨ ਵਿਚਾਰੀ। ਦਸਮ, ਕਿਸੇ ਨੇ ਲਿੰਗ ਬਿਨਾ ਕੀਨੇ ਸਭ ਰਾਜਾ, ਸੁੰਨਤ ਕਰਵਾ ਲਈ। ਦਸਮ, ਕਿਸੇ ਨੇ ਹਾਥੀ ਸਿਰ ਖੁਹਾਇਨ ਭੱਦ ਕਰਾਇਆ। ਸਿਰ ਖੁਹਾਏ ਪੀਏ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਭੇਡਾ ਵਾਗੀ ਸਿਰ ਖੁਹਾਇਨ, ਭਰੀਨ ਹੱਥ ਸੁਆਹੀ। ਹੱਥਾਂ ਦੀਆਂ ਚੁਟਕੀਆਂ ਨਾਲ ਸਿਰ ਦੇ ਵਾਲ ਪੁਟਾ ਕੇ ਜੈਨੀ ਹੋ ਗਏ। ਵਾਲ ਪੁੱਟਣ ਵੇਲੇ ਕਹਿੰਦੇ ਹਨ, ਰਾਮ ਚਟਾਕਾ ਅਬ ਦੁਖ ਜਾਤਾ, ਅਬ ਦੁਖ ਫਿਰ ਸੁਖ। ਕਿਸੇ ਨੇ ਧੌਲੇ ਭਾਵ ਚਿੱਟੇ ਰੋਮ ਪੁੱਟਣੇ ਸ਼ੁਰੂ ਕਰ ਦਿੱਤੇ। ਜੇ ਜਰਵਾਣਾ ਪਰ ਹਰੈ,
ਜਰ ਵੇਸ ਕਰੇਦੀ ਆਈਐ। ਸਤਿਗੁਰੂ ਨਾਨਕ ਦੇਵ ਜੀ ਨੇ ਮੱਕੇ ਵਿੱਚ ਕਿਹਾ ਸੀ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾ ਲਹੈ ਕਾਫਰ ਕੁੱਤਾ ਸੈਤਾਨ। ਜਨਮ ਸਾਖੀ। ਕਿਸੇ ਨੇ ਚਿੱਟੀਆਂ ਦਾੜੀਆਂ ਕਲਫ ਲਾ ਕੇ ਕਾਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਈ ਵਿੱਚੋਂ ਸਿਰ ਗੰਜਾ ਕਰਾ ਲੈਂਦੇ ਹਨ। ਕਈ ਨਾਈਆਂ ਪਾਸੋਂ ਖੱਤ ਕਢਾਉਂਦੇ ਹਨ। ਮੂੰਹ ਸਿਰ ਮੁਨਾ ਕੇ ਵੀ ਸਿੱਖ ਖਵਾਉਂਦੇ ਹਨ। ਜਿਸ ਪਰਮੇਸ਼ਰ ਦੀ ਦਿੱਤੀ ਇਮਾਨਤ ਵਿੱਚ ਖਿਆਨਤ ਪਾਈ ਜਾ ਰਹੀ ਹੈ, ਉਸ ਦੀ ਇਹ ਮਸੀਤ ਪੁੱਟਣ ਕਰਕੇ ਉਸ ਦੇ ਜਮਦੂਤਾਂ ਦੀ ਕੁੱਟ ਖਾਣਗੇ। ਸੋ ਅਜਲੇ ਸੰਗਤ ਜੀ ਇੰਨਾ ਹੀ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁ ਜੋਨੀ ਪਰਮੀਆਂ ਬਹੁਰ ਬਹੁ